सतगुरां दी साजी निवाजी, गुरु रूप प्यारी गुरु सवारी साध संगत जी। परमात्मा ने महान बख्शिश की है, जिस दी बदौलत गुरु दरबार दे विच बैठण दा सुभाग समा मिले। जिस परमेश्वर ने अपनी किरपा दे नाल शरीर नूं अपने घर दे विच बुला लिया है, उही परमेश्वर कदे किरपा करेगा। मन भी सदा भगवान दे घर विच गुरु दी किरपा दे नाल पहुँच जाना है। जीवन दी हर एक दी आपो अपनी अवस्था है। कई बारी शरीर किसी जगह ते होर फिरदा हुंदा है, मन किसी जगह ते होर फिरदा हुंदा है। मनुख नूं अपनी जिंदगी बतीत करदे आ दो ही गल्लां, शरीर भी होवे, मन भी उस जगह ते होवे। जे मन का बहुता खिलारा पिया होया है तो मनुख अपनी जिंदगी दे विच समाजिक लैवल ते पास नहीं हो सकता। ड्राइविंग करदिआं ध्यान इधर उधर होया, एक्सीडेंट पक्का है। बड़े जिंदगी दे विच वड्डियां वड्डियां घटनावां घट जांदियां ने, जिन्हां दा शरीर किसी जगह ते होर होवे ते मन किसी जगह ते होर होवे। गुरु अर्जन देव साहिब जी महाराज कहते ने, जदों तुसीं प्रभु की उस्तत करनी है ना, प्रभ की उस्तत करहो संत मीत, सावधान एकाग्र चीत। ਇਹਦੇ ਵਿੱਚ सावधानी बड़ी वरतनी है ਜਦੋਂ परमेश्वर की उस्तत करनी है। ਜਿਹੜੀ ਸਰੀਰ ਦੀ ਸਾਵਧਾਨੀ ਸੀ ਉਹ ਤੇ ਮਨੁੱਖ ਵਰਤ ਲੈਂਦੇ ਨੇ। ਸੁਬਾਹ ਉੱਠੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਬਸਤਰ ਬਦਲੇ ਨੇ। ਜਿਵੇਂ ਗੁਰੂ ਸਾਹਿਬ ਨੇ ਮਰਿਆਦਾ ਬਖਸ਼ੀ ਹੈ, ਉਸੇ ਤਰ੍ਹਾਂ गुरु दरबार दे विच हथ पैर धो के फिर गुरु साहिब जी महाराज के चरणों विच मत्था टेकिया बैठे हाँ। ये तो एक सावधानी है शरीर की। गुरु अर्जन देव साहिब महाराज कहते, जिस तरह शरीर की सावधानी वरती है, ऐसे तरह तो मन नूं भी सावधान करके रखी, एकाग्रता दे विच करके रखी। जदों तेरा मन एकाग्रता दे विच आ गया, फिर गुरु साहिब जी महाराज कहते ने, तैनूं एक बहुत वड्डी प्राप्ति होनी है। वो प्राप्ति किहड़ी है? जिन्हां दा मन परमेश्वर दे नाम नूं सुन जावे ते परमेश्वर नूं उही मनुख पा जांदे ने। मन ने सुनिया, मन लिया ते असलीयत अपने रस्ते ते शरीर भी चलता है ते मन भी चलता है। मनुख एक ना एक दिन अमर हो जाता है। साहिब श्री गुरु अर्जन देव साहिब जी महाराज गोविंदवाल साहिब तो खंडूर साहिब जा रहे सी ते रस्ते दे विच गुरु अर्जन देव साहिब महाराज जी रुके ने। भाई बिधि चंद महाराज जियां दे नाल है। गुरु अर्जन देव साहिब महाराज नूं
रुके नगरी दे विच विधि चंद नूं कहण लगे, विधि चंद आपां अज इत्थे ही रात कट्टणी है। ਜਿਹੜੇ ਗੁਰਸਿੱਖ ਪਿਆਰੇ ਹੋਰ ਸੀ ਮਹਾਰਾਜ ਦੇ ਨਾਲ ਕਹਿਣ ਲੱਗੇ, ਮਹਾਰਾਜ ਆਪ ਜੀਆਂ ਦਾ ਹੁਕਮ ਹੈ, ਜਿਸ ਤਰ੍ਹਾਂ ਆਪ ਜੀ ਕਹੋਗੇ। ਤੋ ਜਦੋਂ ਮਹਾਰਾਜ ਜੀ ਸ਼ਾਮ ਦਾ ਟਾਈਮ ਹੋ ਗਿਆ, ਦਿਨ ਛਿਪਾ ਹੋਇਆ, ਤੇ ਕੋਈ ਵੀ ਨਗਰ ਦਾ ਮਨੁੱਖ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦੇ ਕੋਲ ਨਾ ਚੱਲ ਕੇ ਆਇਆ, ਕੋਈ ਵੀ ਨਾ ਆਇਆ। ਨਾ ਤੇ ਕਿਸੇ ਨੇ ਭੋਜਨ ਪਾਣੀ ਪੁੱਛਿਆ, ਤੇ ਨਾ ਹੀ ਕਿਸੇ ਨੇ ਉਹਨਾਂ ਨੂੰ ਧਰਮਸ਼ਾਲਾ ਬਾਰੇ ਕੁਛ ਦੱਸਿਆ। ਤੇ ਉੱਪਰੋਂ ਜਿਹੜਾ ਸੀ ਮੌਸਮ ਠੰਡ ਦਾ ਬੜਾ ਸੀ, ਸੀਤ ਲਹਿਰ ਚੱਲੇ। ਵਿਧੀ ਚੰਦ ਮਹਾਰਾਜ ਨੂੰ ਕਹਿਣ ਲੱਗਿਆ, ਮਹਾਰਾਜ ਜਿਹੜੇ ਨਗਰ ਦੇ ਲੋਕਾਂ ਨੇ ਆਪਾਂ ਨੂੰ ਭੋਜਨ ਪਾਣੀ ਨਹੀਂ ਪੁੱਛਿਆ, ਇਹਨਾਂ ਕੋਲੇ ਆਪਾਂ ਰਾਤ ਕਿਵੇਂ ਕੱਟਾਂਗੇ, ਉਹ ਵੀ ਠੰਡ ਦੀ ਰਾਤ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਨਗਰ ਦੇ ਬਾਹਰ ਇੱਕ ਬਰੋਟੇ ਥੱਲੇ ਜਾ ਕੇ ਬਹਿ ਗਏ। ਪਰਮਾਤਮਾ ਦੇ ਰੱਬੀ ਕੌਤਕ ਸੀ ਜਿਹੜੇ ਇਹ ਗੁਰਸਿੱਖ ਪਿਆਰੇ ਨਿੱਤ ਵੇਖਦੇ ਸੀ, ਤੇ ਇਹਨਾਂ ਗੁਰਸਿੱਖਾਂ ਨੂੰ ਵਿਸ਼ਵਾਸ ਸੀ ਮਹਾਰਾਜ ਤੇ ਕਿ ਕੋਈ ਨਾ ਕੋਈ ਪਰਮਾਤਮਾ ਨੇ ਇੱਥੇ ਕੌਤਕ ਵਰਤਾਉਣਾ ਹੈ। ਇੱਕ ਬਰੋਟੇ ਥੱਲੇ ਮਹਾਰਾਜ ਜੀ ਨਗਰ ਤੋਂ ਬਾਹਰ ਬੈਠ ਗਏ ਜਾ ਕੇ। ਜਦ ਨਗਰ ਤੋਂ ਬਾਹਰ ਬੈਠ ਕੇ ਨਾ ਜਾ ਕੇ, ਤੇ ਨਗਰ ਦੇ ਬਾਹਰੋਂ ਇੱਕ ਰੱਬ ਦਾ ਪਿਆਰਾ ਆਇਆ, ਫਟੇ ਪੁਰਾਣੇ ਕੱਪੜੇ, ਸਿਰ ਤੇ ਲੱਕੜੀਆਂ ਦੀ ਪੰਡ ਹੈ, ਤੇ ਰਸਤੇ ਦੇ ਵਿੱਚ ਆ ਰਿਹਾ, ਤੇ ਉਹਨੇ ਦੂਰੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਦੇਖ ਲਿਆ। ਉਹਨੇ ਮਨ ਹੀ ਮਨ ਵਿੱਚ ਸੋਚਿਆ ਕਿ ਕੌਣ ਨੇ, ਇੰਨੀ ਠੰਡ ਦਾ ਮੌਸਮ ਹੈ, ਤੇ ਇੰਨੀ ਠੰਡ ਦੇ ਮੌਸਮ ਦੇ ਵਿੱਚ ਇੱਕ ਬਰੋਟੇ ਥੱਲੇ ਬੈਠੇ ਨੇ, ਉਹ ਵੀ ਨਗਰ ਤੋਂ ਬਾਹਰ ਆ ਕੇ। ਉਹਨੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਕੋਲ ਆ ਕੇ ਪੰਡ ਆਪਣੀ ਰੱਖ ਕੇ ਨਾ, ਤੇ ਇਹਨੂੰ ਕੋਲ ਆਏ ਨੂੰ ਪਤਾ ਲੱਗਿਆ ਕਿ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਨਮਸਕਾਰ ਕੀਤੀ ਮਹਾਰਾਜ ਦੇ ਚਰਨਾਂ ਤੇ। ਆਪਣੇ ਆਪ ਨੂੰ ਧੰਨਤਾ ਦੇ ਯੋਗ ਸਮਝਣ ਲੱਗਿਆ, ਤੇ ਕਹਿਣ ਲੱਗਿਆ, ਮਹਾਰਾਜ ਤੁਸੀਂ ਤੇ ਮਹਾਨ ਕਿਰਪਾ ਕੀਤੀ ਹੈ, ਆਪ ਜੀ ਨੇ ਦਰਸ਼ਨ ਬਖਸ਼ੇ ਨੇ, ਪਰ ਇੱਕ ਵੱਡੀ ਗੱਲ ਹੈ ਕਿ ਸ਼ਾਮ ਦਾ ਸਮਾਂ ਹੋ ਚੁੱਕਿਆ, ਠੰਡ ਬਹੁਤ ਹੈ, ਨਗਰ ਖੇੜੇ ਦੇ ਵਿੱਚ ਤੁਹਾਨੂੰ ਕਿਸੇ ਨੇ ਜਗ੍ਹਾ ਨਹੀਂ ਦਿੱਤੀ, ਤੇ ਮੇਰੇ ਕੋਲ ਪਰਮਾਤਮਾ ਜਗ੍ਹਾ ਨਹੀਂ ਹੈ। ਮੇਰੇ ਕੋਲ ਤੇ ਇੱਕ ਛਪਰੀ ਬਣੀ ਹੋਈ ਹੈ, ਤੇ ਆਪ ਜੀ ਜਿਹੜਾ ਰਾਤ ਦਾ ਰੈਣ ਬਸੇਰਾ ਹੈ, ਇਹ ਕਿੱਥੇ ਕਰੋਗੇ? ਇਹ ਕਿੱਥੇ ਕਰੋਗੇ? ਜਦੋਂ ਉਸ ਗੁਰਸਿੱਖ ਪਿਆਰੇ ਨੇ ਇਹ ਬਚਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਕਿਹਾ, ਮਹਾਰਾਜ ਕਹਿਣ ਲੱਗੇ, ਰਾਤ ਦਾ ਤੇ ਰੈਣ ਬਸੇਰਾ ਕੋਈ ਗੱਲ ਨਹੀਂ, ਜਿੱਥੇ ਮਰਜ਼ੀ ਕਰਾਂਗੇ, ਹੋ ਜਾਵੇਗਾ, ਅਕਾਲ ਪੁਰਖ ਕਿਰਪਾ ਕਰਨਗੇ। ਪਰ ਜਿਹੜਾ ਤੂੰ ਇਹ ਬਚਨ ਪੁੱਛਦਾ ਨਾ ਕਿ ਮਹਾਰਾਜ ਤੁਸੀਂ ਅੱਜ ਸ਼ਾਮ ਦੇ ਟਾਈਮ ਇੰਨੀ ਠੰਡ ਦੇ ਵਿੱਚ ਨਗਰ ਖੇੜੇ ਦੇ ਬਾਹਰ ਕਿਉਂ ਬੈਠੇ ਹੋ? ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ, ਇੰਨੀ ਠੰਡ ਦੇ ਵਿੱਚ ਅਸੀਂ ਸ਼ਾਮ ਦੇ ਟਾਈਮ ਇੱਥੇ ਆਉਂਦੇ ਨਹੀਂ ਸੀ, ਪਰ ਕਰੀਏ ਕੀ? ਕਹਿੰਦੇ ਤੂੰ ਜੰਗਲ ਦੇ ਵਿੱਚ ਲੱਕੜੀਆਂ ਕੱਟਦਾ, ਦਿਨ ਰਾਤ ਸਾਡੇ ਚਰਨਾਂ ਵਿੱਚ ਬੇਨਤੀਆਂ ਕਰਦਾ ਰਹਿੰਦਾ ਸੀ। ਤੇਰੀਆਂ ਬੇਨਤੀਆਂ ਨੇ ਇੰਨੀ ਖਿੱਚ ਪਾਈ ਹੈ ਕਿ ਸਾਨੂੰ ਅੱਜ ਇਸ ਬਰੋਟੇ ਥੱਲੇ ਆ ਕੇ ਬੈਠਣਾ ਪੈ ਗਿਆ।
ਇਸ ਰਸਤੇ ਦੇ ਵਿੱਚ ਅਸੀਂ ਤਾਂ ਹੀ ਬੈਠੇ ਸੀ, ਸਾਨੂੰ ਪਤਾ ਸੀ ਕਿ ਤੂੰ ਇਸ ਰਸਤੇ ਲੱਕੜੀਆਂ ਲੈ ਕੇ ਲੰਘੇਗਾ। ਜਿਹੜਾ ਕੋਈ ਰੱਬ ਨੂੰ, ਪਰਮਾਤਮਾ ਨੂੰ ਚੇਤੇ ਕਰ ਰਿਹਾ ਹੈ ਤੇ ਪਰਮਾਤਮਾ ਨੂੰ ਵੀ ਪਤਾ ਹੈ ਕਿ ਉਹ ਸਾਨੂੰ ਜਿਹੜਾ ਧਿਆ ਰਿਹਾ ਤੇ ਉਹਨੂੰ ਕਿਹੜੇ ਰੂਪ ਦੇ ਵਿੱਚ ਜਾ ਕੇ ਮਿਲਣਾ ਹੈ। ਤੇ ਪਰਮਾਤਮਾ ਹਰ ਇੱਕ ਦੀ ਜਿਹੜੀ ਅਰਦਾਸ ਬੇਨਤੀ ਹੈ ਇਹ ਪ੍ਰਵਾਨ ਕਰਦੇ ਨੇ। ਭਾਈ ਗੁਰਦਾਸ ਜੀ ਤੇ ਕਹਿੰਦੇ ਹਨ, ਚਰਨ ਸ਼ਰਨ ਗੁਰ ਏਕ ਪੈਂਡਾ, ਜਾਹੇ ਚੱਲ ਸਤਿਗੁਰੂ ਕੋਟ ਪੈਂਡਾ, ਆਗੇ ਹੋਏ ਲੇਤ ਹੈ। ਜਿਹੜਾ ਕੋਈ ਸਤਿਗੁਰਾਂ ਦੇ ਚਰਨਾਂ ਵੱਲ ਇੱਕ ਕਦਮ ਚੁੱਕਦਾ ਨਾ, ਸਤਿਗੁਰੂ ਕਰੋੜਾਂ ਕਦਮ ਪੁੱਟ ਕੇ ਉਸ ਗੁਰਸਿੱਖ ਨੂੰ ਮਿਲਣ ਆਉਂਦੇ ਨੇ। ਪਰ ਜਿਹੜਾ ਸੁਰਤ ਦੇ ਮਾਰਗ ਕਰਕੇ ਪਰਮਾਤਮਾ ਦੇ ਚਰਨਾਂ ਵੱਲ ਆਉਂਦਾ ਹੈ, ਸੁਰਤ ਕਰਕੇ, ਸਰੀਰ ਕਰਕੇ ਸਾਰੀ ਦੀ ਸਾਰੀ ਦੁਨੀਆ ਧਾਰਮਿਕ ਹੈ ਤੇ ਸਰੀਰ ਕਰਕੇ ਤੇ ਸਾਰੀ ਦੀ ਸਾਰੀ ਦੁਨੀਆ ਆਪਣੇ ਧਰਮ ਦੇ ਵੱਲ ਜਾਂਦੀ ਹੈ। ਸੁਰਤ ਕਰਕੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਕੋਈ ਵਿਰਲਾ ਬਣ ਹੀ ਜਾਂਦਾ ਹੈ ਜਿਹੜਾ ਕੋਈ ਸੁਰਤ ਕਰਕੇ ਪਰਮਾਤਮਾ ਦੇ ਮਾਰਗ ਤੇ ਚੱਲਦਾ ਹੈ। ਇਹਨੂੰ ਤੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਸੁਰਤੀ ਕੈ ਮਾਰਗ ਚੱਲ ਕੈ, ਇਹ ਤੇ ਮਾਰਗ ਹੀ ਸੁਰਤ ਦਾ ਦੱਸਿਆ ਮਹਾਰਾਜ ਜੀਆਂ ਨੇ। ਜਦੋਂ ਸੁਰਤ ਪਰਮਾਤਮਾ ਦੇ ਚਰਨਾਂ ਵਿੱਚ ਟਿਕ ਗਈ ਨਾ, ਸਰੀਰ ਆਪਣੇ ਆਪ ਹੀ ਪਰਮਾਤਮਾ ਦੇ ਚਰਨਾਂ ਵਿੱਚ ਆ ਜਾਂਦਾ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੂੰ ਜਿੱਥੇ ਵੀ ਬੈਠਾ ਸੁਰਤ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜ, ਸਰੀਰ ਆਪਣੇ ਆਪ ਆਵੇਗਾ। ਮਨੁੱਖ ਇਸ ਗੱਲ ਤੋਂ ਲਾਂਭੇ ਹੋ ਗਿਆ ਹੈ, ਕਹਿੰਦੇ ਸਰੀਰ ਪਰਮਾਤਮਾ ਦੇ ਕੋਲ ਪਹੁੰਚਣਾ ਚਾਹੀਦਾ ਹੈ, ਸੁਰਤ ਦਾ ਕੀ ਜਾਵੇ ਚਾਹੇ ਨਾ ਜਾਵੇ। ਮਨੁੱਖ ਦੀ ਸੋਚਣੀ ਵਿੱਚ ਕੀ ਹੈ, ਜਾਵੇ ਚਾਹੇ ਨਾ ਜਾਵੇ। ਪਰ ਇੱਥੇ ਅਸੀਂ ਜਿੰਨਾ ਕੁਝ ਸਰੀਰ ਦਾ ਮਹਾਰਾਜ ਨੇ ਸਾਨੂੰ ਬਖਸ਼ਿਆ, ਇੱਥੇ ਸਰੀਰ ਦਾ ਕੋਈ ਵੀ ਅੰਗ ਪੈਰ ਬਦਲਾਉਣ ਵਾਸਤੇ ਅਸੀਂ ਨਹੀਂ ਆਉਂਦੇ। ਜਦ ਵੀ ਅਸੀਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਆਉਂਦੇ ਹਾਂ ਤਾਂ ਆਪਣੀ ਵਿਚਾਰਧਾਰਾ ਬਦਲਾਉਣ ਵਾਸਤੇ ਗੁਰੂ ਦੇ ਚਰਨਾਂ ਵਿੱਚ ਆਉਂਦੇ ਹਾਂ ਕਿ ਸਾਡੀ ਗੁਰਬਾਣੀ ਅਸੀਂ ਸੁਣਦੇ ਹਾਂ, ਕਥਾ ਕੀਰਤਨ ਪੜ੍ਹਦੇ ਹਾਂ, ਕਰਦੇ ਹਾਂ, ਸੁਣਦੇ ਹਾਂ। ਇਹ ਸਾਰਾ ਕੁਛ ਇਹਦਾ ਮਤਲਬ ਕੀ ਹੈ ਕਿ ਮਨੁੱਖ ਦੀ ਜਿਹੜੀ ਵਿਚਾਰਧਾਰਾ ਹੈ ਇਹ ਬਦਲ ਗਈ। ਤੇ ਜਦੋਂ ਵਿਚਾਰਧਾਰਾ ਬਦਲ ਗਈ, ਜਿਹੜਾ ਮਨੁੱਖ ਦਾ ਸਰੀਰ ਹੈ, ਸਰੀਰ ਉਹੀ ਰਹਿਣਾ। ਜਦੋਂ ਵਿਚਾਰਧਾਰਾ ਬਣ ਗਈ, ਕੱਲ ਭਾਵੇਂ ਸ਼ੈਤਾਨ ਸੀਗਾ, ਅੱਜ ਭਗਵਾਨ ਦਾ ਰੂਪ ਬਣ ਜਾਵੇਗਾ। ਬਦਲਦਾ ਤੇ ਇਕੱਲੀ ਵਿਚਾਰਧਾਰਾ ਹੀ ਹੈ ਸਮਾਜ ਦੇ ਵਿੱਚ। ਤੇ ਵਿਚਾਰਧਾਰਾ ਜਿਹੜੀ ਮਨੁੱਖ ਦੀ ਹੈ, ਇਹ ਜਿਹੜੇ ਮਨੁੱਖ ਹੰਕਾਰੀ ਹੋ ਜਾਂਦੇ ਨੇ, ਹਰ ਜੀਉ ਹੰਕਾਰ ਨਾ ਭਾਵੀ ਵੇਦ ਕੂਕ ਸੁਣਾਵੇ। ਹੰਕਾਰ ਮਨੁੱਖ ਨੂੰ ਕਦੇ ਵੀ ਪਰਮਾਤਮਾ ਤੱਕ ਨਹੀਂ ਪਹੁੰਚਣ ਦਿੰਦਾ। ਤੇ ਇਹ ਹੰਕਾਰ ਜਿਹੜਾ ਹੈ, ਇਹ ਮਨੁੱਖ ਦੀ ਵਿਚਾਰਧਾਰਾ ਪਰਮਾਤਮਾ ਦੇ ਘਰ ਦੇ ਵਿੱਚ ਨਹੀਂ ਲੈ ਕੇ ਆਉਂਦਾ। ਹੰਕਾਰ ਜਿਹੜਾ ਹੈ, ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਪਰਮਾਤਮਾ ਦੇ ਘਰ ਦੇ ਵਿੱਚ ਮਨੁੱਖ ਨੇ ਆਪਣੀ ਵਿਚਾਰਧਾਰਾ ਬਦਲਣ ਵਾਸਤੇ ਆਉਣਾ ਹੈ। ਜਿੰਨੇ ਵੀ ਅਸੀਂ ਧਾਰਮਿਕ ਕਰਮ ਕਰਦੇ ਹਾਂ, ਇਹਨਾਂ ਸਾਰਿਆਂ ਦਾ ਮਤਲਬ ਇੱਕੋ ਹੀ ਹੈ ਕਿ ਗੁਰਬਾਣੀ ਨੂੰ ਸੁਣੋ, ਗੁਰਬਾਣੀ ਨੂੰ ਪੜ੍ਹੋ, ਗੁਰਬਾਣੀ ਨੂੰ ਗਾਓ, ਤਾਂ ਕਿ ਮਨੁੱਖ ਦੀ ਵਿਚਾਰਧਾਰਾ ਬਦਲ ਜੇ। ਜੇ ਹਜੇ ਤੱਕ ਵਿਚਾਰਧਾਰਾ ਨਹੀਂ ਬਦਲੀ, ਹਜੇ ਤੱਕ ਵਿਚਾਰਧਾਰਾ ਨਹੀਂ ਬਦਲੀ, ਤਾਂ ਫਿਰ ਸਮਝ ਲੈਣਾ ਕਿ ਹੁਣ ਇਹ ਮਨੁੱਖ ਨਹੀਂ ਰਿਹਾ। ਬੱਚਾ ਹੈ, ਬੱਚੇ ਦੀ ਵਿਚਾਰਧਾਰਾ ਕੀ ਹੈ? ਖੇਲਣ ਦੀ। ਖੇਡਣੇ ਲੈ ਲੈਣੇ ਤੇ ਖੇਡੀ ਜਾਣਾ। ਜਦੋਂ ਜਵਾਨ ਹੋ ਗਿਆ, ਉਦੋਂ ਤੇ ਫਿਰ ਉਹ ਬੱਚਿਆਂ ਵਾਲੇ ਖੇਲਣਾ ਜਿਹੜਾ ਉਹਨੇ ਰੁੜਨਾ, ਬੱਚਿਆਂ ਵਾਂਗ ਤੋਤਲੀ ਜਵਾਨ ਬੋਲਣੀ, ਉਹ ਤੇ ਛੱਡ ਦਿੰਦਾ ਨਾ। ਉਹ ਤੇ ਛੱਡਦੀ, ਉਹ ਵਿਚਾਰਧਾਰਾ ਖੇਲਣ ਵਾਲੀ ਛੱਡਤੀ, ਅੱਜ ਜਵਾਨ ਹੋ ਗਿਆ। ਜਵਾਨ ਅੱਜ ਬੁੱਢਾ ਹੋ ਗਿਆ ਤਾਂ ਇਹਨੇ ਜਵਾਨ ਵਾਲੀਆਂ ਜਿਹੜੇ ਕੰਮ ਧੰਦੇ ਸੀ ਇਹਨੇ ਛੱਡ ਦਿੱਤੇ ਨੇ।
बिल्कुल छड़ दिते ने। उम्र के हिसाब के नाल इनू जो मिलिया छड्डना पैंदा है। तो गुरु साहिब जी महाराज कहते ने जिहड़ी तेरी विचारधारा है ये जदों तो अपनी विचारधारा परमात्मा दे कोल छड्ड देवेगा तो परमात्मा अपनी विचारधारा तैनूं दे देणगे। गुर की मत तू लेहे इयाने भगत बिना बहु डूबे सियाने। गुरु की मत लैण वास्ते परमात्मा के चरणों के विच आए। ऐ गुरु जिहड़ी साडी मत है, जिहड़ी साडी विचारधारा है, ये तुसी आप जी के चरणों विच रख लो तो आप जियां दी जिहड़ी विचारधारा है वो साडी झोली दे विच पा दिओ। ऐ कर्म करन वास्ते असीं परमात्मा के चरणों विच आउंदे हां। ते विचारधारा जदों बदल गई, मनुख का शरीर उही रहिंदा है, उही शरीर देवतियां का रूप भी बन जाता है। शरीर उही रहिंदा है, उही शरीर परमात्मा का रूप भी बन जाता है। जदों विचारधारा बदली तो गुरु गोबिंद सिंह महाराज जी ने फिर कह दिता, कहंदे खालसा मेरो रूप है खास, ये मेरा खास रूप है, ये मेरा खास रूप बन गया। परमात्मा ने अपना ही रूप उन्होंने दे दिता जिन्हें गुरबाणी के अनुसार अपनी विचारधारा बदल ली। सिख होना, जैन होना, बौद्ध होना, एक विचारधारा ते गल खड़ी है। सिखी सिखिया गुर विचार ते विचारधारा परमात्मा के चरणों के विच बदलने वास्ते मनुख जिहड़ा है ये सतसंगत करदा है। कदे सतसंगत करदा है, कदे गुरबाणी नूं पढ़दा है, कदे गुरबाणी नूं सुणदा है, कदे सेवा करदा है, कदे सिमरन करदा है, ताकि मेरी विचारधारा जिहड़ी है बदल जाए। क्योंकि इहो ही लोड़ है कि मनुख की विचारधारा बदले। तो गुरु साहिब जी महाराज कहते ने सामने परमात्मा नूं देख लेना, दर्शन दीदारे कर लेने परमात्मा दे। गुरु अर्जन देव साहिब जी महाराज कहन लगे, इन्नी सीत लहर दे विच सानू आउणा पिया तैनूं मिलण वास्ते। तू जो जंगल दे विच लकड़ियां कटदा हुंदा सी, कटदा कटदा सानू चेते करदा सी। ते गुरु अर्जन देव साहिब जी महाराज जी ने कहन लगे हुण रात ते असीं इत्थे ही कटनी है। उसदा इतिहास दे विच नाम आया है भाई हेमा, गुरु दा सिख भाई हेमा। महाराज नूं कहन लग्या, महाराज आप जी ते महलां दे विच रात कट्टण वाले मेरे कोले ते एक छपरी है, ते वो छपरी दे विच भी महाराज जी कोई बहुता साजो समान मेरे कोले है नहीं, कोई बहुता साजो समान नहीं है, ना ही कोई मेरे कोले उहदे विच कोई बहुते पदार्थ ने। हुण तुहानूं मैं छपरी दे विच लै भी जावां, रहण वास्ते भी कोई जगह ना होवे, खाण पीण वास्ते भी कोई पदार्थ ना होवे, ते फिर ते महाराज ये गल शोभा नहीं। गुरु अर्जन देव साहिब जी महाराज कहन लगे, हेमे अज दी रात ते फिर हुण तेरी छपरी दे विच ही कटनी है, छपरी दे विच ही कटनी है। चले गए गुरु अर्जन देव साहिब जी महाराज, भाई विधि चंद ते होर सिख नाल ने महाराज दे जदों छन दे सामने गए ते बिल्कुल ही उन्हें भाई हेमे ने छपरी पाई हुई है अपनी। पुराने जमानिਆਂ ਦੇ ਵਿੱਚ छपरियां चलदियां सी। छपरी पाई हुई है तो ਉਹਦੇ ਵਿੱਚ कोई बहुते चंगे पदार्थ नहीं है, ना कोई ਉਹਦੇ ਵਿੱਚ रहन वास्ते जगह है। ਇੱਕੋ ही भाई हेमे ਦੇ ਕੋਲ ਮੰਜਾ ਤੇ ਇੱਕੋ ही कंबल है। ਉਹੀ कंबल भाई हेमा ਲੱਕ ਦੇ ਨਾਲ ਬੰਨ੍ਹ ਕੇ जंगल ਵਿੱਚ ਲੱਕੜੀਆਂ ਕੱਟਦਾ ਹੁੰਦਾ ਸੀ ਤੇ ਉਹੀ कंबल ਰਾਤ ਨੂੰ ਉੱਤੇ ਲੈ ਲੈਂਦਾ ਸੀ। ਕੋਈ ਘਰ ਦੇ ਵਿੱਚ ਉਹਦੇ ਕੋਲ ਛਪਰੀ ਦੇ ਵਿੱਚ ਨਾ ਪਦਾਰਥ ਛਕਣ ਵਾਸਤੇ ਤੇ ਨਾ ਹੀ ਉਹਦੇ ਕੋਲੇ ਕੋਈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਦੇਣ ਵਾਸਤੇ ਵਸਤਰ ਨੇ।
कुछ भी नहीं। पर कमाल की गल है कि एक मनुख करोड़ां तरह के वस्त्र दे के, करोड़ां तरह के पदार्थ घर विच लिया के गुरु साहिब जी महाराज नूं कहंदा कि मेरे घर आओ। गुरु साहिब जी महाराज जी जांदे ने, एक मनुख दे शन दे विच कोई चंगा कर नहीं है, कोई वस्त्र चंगे ने, कोई पदार्थ नहीं है। गुरु साहिब जी महाराज खुद चल के उहदे घर विच शन विच जांदे ने, खुद चल के जांदे ने। तो इथों स्पष्टीकरण है कि गुरु साहिब जी महाराज जी किसी दे उच्चे महलों के जां बहुते पदार्थों के भुखे नहीं है। गुरु साहिब जी महाराज तो कहते ने जो भी तेरे कोल है बस उहदे पिछां जिहड़ी है प्रेम छुपिया होवे। जिहड़ी वस्तु दे जिहड़े पदार्थ नूं पैदा करन दे विच पिछे प्रेम छुपिया होया ना, वो हमेशा ही जिहड़ा है कदे दुख नहीं किसी नूं दिंदा, कदे दुख नहीं दिंदा। पुराने जमाने दे विच जदों अनाज बीजिया जांदा, अनाज नूं बीजण वेले बजुर्ग सी जिहड़े पहलां परमात्मा दा नाम ते आउंदे सी। अनाज पैदा हो जाना, फिर उहदी साਂਭ संभाल बड़े सुचੱਜੇ ढंग दे नाल करनी, उहदे कोल बड़े पदार्थ रखने, साਂਭ संभाल करनी अनाज दी। ते ਉਹ अनाज जिहड़ा छकदे सी ना, ਉਹ अनाज छकदियां छकदियां मनुख नूं परमात्मा दा नाम चित आउंदा सी, नाम चित आउंदा सी। ते हुण ते मनुख कुदरत के नियमां नूं भी छिके टंग दिंदा है। कुदरत ते हजे कह रही है भी हजे ना पदार्थ बीज, मनुख कहता नहीं मैं बीजना, पहले ही शुरू हो जाता है। खैर जिस दे घर दे विच कुछ भी नहीं सी, तो गुरु अर्जन देव साहिब जी महाराज कहन लगे हेमिया अज इत्थे ही रात कटनी है। कहंदा महाराज मेरे कोल ते कोई कंबल भी नहीं। फिर गुरु अर्जन देव साहिब जी महाराज एक बचन करते ने भाई हेमे नूं, हेमिया कहंदा जेड़े गुरु अर्जन देव साहिब महाराज कहंदे जेड़ा इस शीत लहर तो बचन वास्ते तेरे कोल कंबल है, दुनिया के किसी बंदे दे कोल है ही नहीं कंबल, है ही नहीं किसी कोल। हथ जोड़े महाराज नूं कहन लग्या महाराज मेरे छन दे विच छपरी दे विच ते तुहानूं दिस ही जांदा ना की है। गुरु साहिब जी महाराज कहन लगे हेमिया तू वस्त्रां दा ते पदार्थां दा बहुता फिक्र ना कर, इन्हां दा फिक्र करना छड्ड दे, पर जेड़ा आ तेरी छन दे विच बह के सानूं आनंद आ रहा दुनिया के महलों दे विच अज तक नहीं किसी दे आया। ते इस आनंद दे विच बैठ के ਇੱਥੇ बैठ के आपां बातां पाउने आ परमात्मा दे नाम दियां, परमात्मा दा नाम सिमरन करदे आ। तू ते कहना कि मेरी छपरी दे विच कंबल है नहीं। गुरु अर्जन देव साहिब महाराज कहंदे तेरी छपरी दे नेड़े तेरे ठंड आवेगी नहीं। बोलो सतनाम। ए छन दे नेड़े ठंड ही नहीं आवेगी। कंबल ते तां लवांगे ना जे ठंड लगेगी। हथ जोड़े भाई हेमे ने महाराज जो आप जियां दे बचन ने। भाई हेमा महाराज नूं कहन लग्या रात दे समय जदों बैठ के गल्लां बातां करन लगे ना, ते गुरु साहिब जी महाराज नूं कहन लग्या महाराज मैनूं हुण बहुत समा हो गया समाज ते आया नूं, तुसीं आप जी किरपा कर दिओ हुण मैं समाज दे विचों जाना चाहुंदा ते तुसीं किरपा कर दिओ महाराज कि मैं ये शरीर छड्ड के सदा वास्ते दुनिया दे विचों चलिया जावां। एक वड्डी गल है। कोई गुरु साहिब जी महाराज नूं आके कहंदा है महाराज मैं समाज विचों चलिया जावां। अजोके समय दे विच कोई कहेगा कि महाराज मैं समाज दे विचों चलिया जावां? नहीं। अजोके समय दा ते इहो जिहा समय दा दौर चल रहा है
ਜੇ ਕਦੇ ਕਥਾ ਕੀਰਤਨ ਚਲਦਿਆਂ ਚਲਦਿਆਂ ਕੋਈ ਮਰਗਤ ਦੀ ਬਾਤ ਆ ਜੇ ਨਾ, ਉਹਨੂੰ ਵੀ ਨੋਟ ਕੀਤਾ ਜਾਂਦਾ ਹੈ ਵੀ ਅੰਮ੍ਰਿਤ ਵੇਲਾ ਸੀ, ਮਰਗਤ ਦੀ ਗੱਲ ਕਿਉਂ ਹੋ ਗਈ? ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨਹੀਂ, ਇਸ ਚੱਕਰ ਦੇ ਵਿੱਚ ਨਾ ਤੂੰ ਪਈ। ਦੁਨੀਆ ਬਹੁਤਾ ਇਸ ਤੇ ਇਹਨੂੰ ਅੰਧ ਵਿਸ਼ਵਾਸ ਕਿਹਾ ਜਾਂਦਾ, ਜਿਹੜੀ ਦੁਨੀਆ ਕਰਦੀ ਹੈ। ਜਿਹੜਾ ਕਥਾ ਕੀਰਤਨ ਹੁੰਦਾ ਨਾ, ਕਥਾ ਕੀਰਤਨ ਹੁੰਦਾ, ਇਹ ਇੱਕ ਅਸੀਂ ਆਪਣੀ ਜ਼ਿੰਦਗੀ ਦੇ ਭਲੇ ਵਾਸਤੇ ਕਰਦੇ ਤੇ ਸੁਣਦੇ ਹਾਂ, ਜ਼ਿੰਦਗੀ ਦੇ ਭਲੇ ਵਾਸਤੇ, ਜਾਂ ਅਸੀਂ ਕਿਸੇ ਦੇ ਨਿਮਿਤ ਕਰਦੇ ਹਾਂ ਕਿ ਜੋ ਸਰੀਰ ਚਲਿਆ ਗਿਆ ਉਹਨਾਂ ਦੀ ਆਤਮਾ ਨੂੰ ਇਹ ਸਹਾਇਕ ਹੋਵੇ, ਉਸ ਵਾਸਤੇ। ਕਥਾ ਕੀਰਤਨ ਕੋਈ ਖੁਸ਼ੀ ਵਾਸਤੇ ਨਹੀਂ ਕੀਤਾ ਜਾਂਦਾ, ਕਿਸੇ ਵਾਸਤੇ। ਕਥਾ ਕੀਰਤਨ ਤੇ ਇਸ ਵਾਸਤੇ ਕੀਤਾ ਜਾਂਦਾ ਹੈ ਕਿ ਜਿਹੜਾ ਪਰਮਾਤਮਾ ਦਾ ਅਸਲੀ ਮਾਰਗ ਹੈ, ਉਸ ਮਾਰਗ ਤੇ ਚੱਲਣ ਦੇ ਮਨੁੱਖ ਨੂੰ ਜਾਂਚ ਆ ਜਾਏ। ਤੇ ਜਦੋਂ ਉਸ ਮਾਰਗ ਤੇ ਮਨੁੱਖ ਦੀ ਸੁਰਤ ਚੱਲ ਪੈਂਦੀ ਹੈ ਕਿ ਚੱਲਣ ਦੇ ਹੁਣ ਜਾਂਚ ਆ ਗਈ ਹੈ, ਤੇ ਫਿਰ ਮਨੁੱਖ ਦੇ ਇਹ ਜੰਮਣਾ ਮਰਨਾ, ਸੁੱਖ ਦੁੱਖ, ਸਵਰਗ ਨਰਕ, ਇਹ ਤੇ ਉਹਦੇ ਵਾਸਤੇ ਤੁੱਛ ਗੱਲਾਂ ਰਹਿ ਜਾਂਦੀਆਂ ਨੇ, ਕੋਈ ਗੱਲ ਵੀ ਨਹੀਂ ਰਹਿੰਦੀ ਉਸ ਵਾਸਤੇ। ਤੇ ਇਸੇ ਵਾਸਤੇ ਤੇ ਭਾਈ ਹੇਮੇ ਨੇ ਕਹਿ ਦਿੱਤਾ ਸੀ, ਮਹਾਰਾਜ ਕਹਿੰਦੇ ਮੈਂ ਸੰਸਾਰ ਵਿੱਚੋਂ ਜਾਣਾ ਚਾਹੁੰਦਾ, ਤੇ ਜਿਹੜਾ ਸੰਸਾਰ ਦੇ ਪਦਾਰਥਾਂ ਦੇ ਵਿੱਚ ਖਚਤ ਹੈ, ਜਿਹੜਾ ਖਚਤ ਹੈ, ਜਿਹੜਾ ਸੰਸਾਰ ਦੇ ਨਾਲ ਨੇਹੋ ਲਾ ਕੇ ਬੈਠ ਗਿਆ, ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਉਹ ਸੰਸਾਰ ਦੇ ਵਿੱਚੋਂ ਕਦੇ ਜਾਣਾ ਨਹੀਂ ਚਾਹੁੰਦਾ। ਪਰ ਆਵਣ ਜਾਣ ਇੱਕ ਖੇਲ ਬਣਾਇਆ, ਇਹ ਤੇ ਇੱਕ ਖੇਲ ਹੈ ਪਰਮਾਤਮਾ ਦਾ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਕਹਿੰਦਾ, ਮਹਾਰਾਜ ਮੈਂ ਸੰਸਾਰ ਦੇ ਵਿੱਚੋਂ ਜਾਣਾ ਚਾਹੁੰਦਾ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਭਾਈ ਹੇਮਿਆ ਥੋੜ੍ਹਾ ਟਾਈਮ ਸੰਸਾਰ ਦੇ ਵਿੱਚ ਹੋਰ ਰਹਿ, ਸੰਸਾਰ ਨੂੰ ਹਜੇ ਤੇਰੀ ਲੋੜ ਹੈ। ਤਾਂ ਫਿਰ ਉੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ, ਸੀਤ ਲਹਿਰ ਚੱਲਦੀ, ਠੰਡ ਦਾ ਮੌਸਮ, ਭਾਈ ਹੇਮੇ ਦੀ ਛੱਪਰੀ ਦੇ ਵਿੱਚ ਬੈਠੇ, ਜਿੱਥੇ ਕੋਈ ਵਸਤਰ ਨਹੀਂ ਸੀ, ਕੋਈ ਖਾਣ ਪੀਣ ਵਾਸਤੇ ਬਹੁਤੇ ਪਦਾਰਥ ਨਹੀਂ ਸੀ, ਫਿਰ ਉੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਨੇ, ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ, ਕਿਤਹਿ ਕਾਮ ਨਾ ਧੌਲ ਹਰ ਜਿਤ ਹਰ ਵਿਸਰਾਏ। ਭਾਈ ਹੇਮਿਆ ਇਹ ਤਾਂ ਸੁਹਾਵਣੀ ਭਲੀ ਤੇਰੀ ਛਪਰੀ ਹੈ, ਜਿਹਦੇ ਵਿੱਚ ਬੈਠ ਕੇ ਆਪਾਂ ਪਰਮਾਤਮਾ ਦੇ ਗੁਣ ਗਾਏ ਨੇ। ਗੁਰਬਾਣੀ ਦੇ ਵਿੱਚ ਦਰਜ ਹੈ ਹੁਕਮਨਾਮਾ ਸਾਹਿਬ। ਸ਼ਾਇਦ ਇਸ ਤੋਂ 2-3 ਦਿਨ ਪਹਿਲੇ ਅਸੀਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਇਹ ਹੁਕਮਨਾਮਾ ਸਾਹਿਬ ਸਰਵਣ ਕੀਤਾ ਸੀ। ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ, ਕਿਤਹਿ ਕਾਮ ਨਾ ਧੌਲ ਹਰ ਜਿਤ ਹਰ ਵਿਸਰਾਏ। ਭਾਈ ਹੇਮਿਆ ਇਹ ਤੇਰੀ ਭਲੀ ਹੈ ਸੁਹਾਵੀ ਛਪਰੀ, ਜਿਸ ਦੇ ਵਿੱਚ ਬੈਠ ਕੇ ਤੂੰ ਵੀ ਗੁਣ ਗਾਉਂਦਾ ਰਿਹਾ ਤੇ ਅੱਜ ਆਪਾਂ ਸਾਰਿਆਂ ਨੇ ਰਲ ਕੇ ਗਾਏ ਨੇ। ਉਹ ਭਾਈ ਹੇਮੇ ਦੀ ਛਪਰੀ, ਜਿਹੜਾ ਜੰਗਲਾਂ ਦੇ ਵਿੱਚੋਂ ਲੱਕੜੀਆਂ ਕੱਟ ਕੇ ਲੈ ਕੇ ਆਪਣਾ ਗੁਜ਼ਾਰਾ ਕਰਦਾ ਹੁੰਦਾ ਸੀ, ਅੱਜ ਉਸ ਛਪਰੀ ਦੀ ਗੱਲ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਗੁਰਬਾਣੀ ਵਿੱਚ ਦਰਜ ਕੀਤੀ ਹੈ। ਕਾਰਨ ਕਿ ਉਹਦੇ ਵਿੱਚ ਬੈਠ ਕੇ ਉਹ ਨਾਮ ਜਪਦਾ ਸੀ। ਮਨੁੱਖ ਦੀ ਜ਼ਿੰਦਗੀ ਦੀਆਂ ਮੂਲ ਜੜ੍ਹਾਂ ਨੇ, ਜੜ੍ਹਾਂ ਮੁੱਢ ਸਿਮਰਨ ਅਤੇ ਬੰਦਗੀ। ਜਿਹੜੀ ਜ਼ਿੰਦਗੀ ਸਿਮਰਨ ਅਤੇ ਬੰਦਗੀ ਨਹੀਂ ਕਰਦੀ, ਉਹ ਜ਼ਿੰਦਗੀ ਕਰੋੜਾਂ ਯਤਨ ਕਰਨ ਦੇ ਬਾਵਜੂਦ ਵੀ ਸਮਾਜ ਦੇ ਵਿੱਚ ਸੁਖੀ ਨਹੀਂ ਰਹਿ ਸਕਦੀ। ਇਕੱਲੇ ਸਮਾਜ ਦੇ ਵਿੱਚ ਨਹੀਂ, ਪਰਲੋਕ ਦੇ ਵਿੱਚ ਵੀ ਉਹਨੂੰ ਢੋਈ ਨਹੀਂ ਮਿਲਦੀ ਜਿਹੜੀ ਸਿਮਰਨ ਤੇ ਬੰਦਗੀ ਨਹੀਂ ਕਰਦੇ। ਤਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਜਿਹੜੇ ਗੁਰੂ ਦੇ ਸ਼ਬਦ ਨੇ, ਇਹ ਜਿੱਥੋਂ ਵੀ ਅਸੀਂ ਪੜ੍ਹੀਏ, ਜਿੱਥੋਂ ਵੀ ਇਹਦੀ ਵਿਚਾਰਧਾਰਾ ਕਰੀਏ, ਹਰ ਇੱਕ ਗੁਰਬਾਣੀ ਦਾ ਹੁਕਮ ਇਹੋ ਹੀ ਹੈ ਕਿ ਸਿਮਰਨ ਅਤੇ ਬੰਦਗੀ ਕਰ।
ਬਾਕੀ ਕੰਮ ਅਸੀਂ ਸਾਰੇ ਕਰ ਲਾਂਗੇ ਤੇ ਸਿਮਰਨ ਬੰਦਗੀ ਕੋਈ ਦੂਜਾ ਹੋਰ ਕਰੇ, ਤੇ ਉਹ ਸਿਮਰਨ ਬੰਦਗੀ ਜਿਹੜਾ ਕਰਦਾ ਅਸੀਂ ਚਾਹੁੰਦੇ ਹਾਂ ਵੀ ਉਹਦਾ ਫਲ ਸਾਨੂੰ ਮਿਲੇ। ਹੁਣ ਭੋਜਨ ਕੋਈ ਹੋਰ ਛਕੇ ਤੇ ਭੁੱਖ ਕਿਸੇ ਦੀ ਹੋਰ ਮਿਟ ਜੇ, ਕਿਵੇਂ ਹੋਵੇਗਾ? ਸਿਮਰਨ ਬੰਦਗੀ ਖੁਦ ਮਨੁੱਖ ਨੂੰ ਕਰਨੀ ਪੈਂਦੀ ਹੈ, ਤੇ ਜਿੰਨਾ ਟਾਈਮ ਸਿਮਰਨ ਤੇ ਬੰਦਗੀ ਨਹੀਂ ਕਰਦੇ ਉਹਨਾਂ ਟਾਈਮ ਸਾਡੀਆਂ ਕੋਈ ਜੜ੍ਹਾਂ ਨਹੀਂ। ਤੇ ਜਿਹੜੇ ਦਰਖਤ ਦੀਆਂ ਜੜ੍ਹਾਂ ਹੀ ਹੈ ਨਹੀਂ ਤੇ ਉਹ ਕਿੰਨਾ ਕੁ ਟਾਈਮ ਹਰਿਆ ਭਰਿਆ ਸਮਾਜ ਵਿੱਚ ਰਹਿ ਜਾਏਗਾ? ਕਿੰਨਾ ਕੁ ਟਾਈਮ ਰਹੇਗਾ? ਬਹੁਤਾ ਲੰਬਾ ਸਮਾਂ ਨਹੀਂ ਚੱਲਣਾ, ਥੋੜ੍ਹਾ ਦੇਰ ਚੱਲਦਾ ਹੈ। ਤੇ ਜ਼ਿੰਦਗੀਆਂ ਕਿਹੜਾ ਬਹੁਤਾ ਲੰਬਾ ਸਮਾਂ ਚੱਲਦੀਆਂ ਨੇ, ਥੋੜ੍ਹਾ ਦੇਰ ਹੀ ਚੱਲਦੀਆਂ ਨੇ। ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਕਿ ਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਅਤੇ ਬੰਦਗੀ ਕੀਤੀ ਹੈ ਉਹਨੂੰ ਮਿਲਣ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਠੰਡ ਦੇ ਮੌਸਮ ਦੇ ਵਿੱਚ ਉਹਦੀ ਛੱਪਰੀ ਦੇ ਵਿੱਚ ਜਾਂਦੇ ਨੇ ਮਹਾਰਾਜ। ਤੇ ਜਿਹੜੇ ਰੋਜ਼ ਸਿਮਰਨ ਅਤੇ ਬੰਦਗੀ ਤੋਂ ਬਿਨਾਂ ਉਹ ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਫਿਰ ਇਹ ਸਮਾਜ ਦੇ ਵਿੱਚ ਇੱਕ ਬੋਝ ਹੀ ਨੇ, ਹੋਰ ਕੁਝ ਨਹੀਂ ਹੈ। ਬਿਨਾਂ ਸਿਮਰਨ ਅਤੇ ਬੰਦਗੀ ਤੋਂ ਕਿਸੇ ਵੀ ਜ਼ਿੰਦਗੀ ਦਾ ਛੁਟਕਾਰਾ ਨਹੀਂ ਹੋਣਾ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਕਿ ਜਿਹੜੀਆਂ ਰੂਹਾਂ ਪਰਮਾਤਮਾ ਦੇ ਦਰ 'ਤੇ ਆਉਂਦੀਆਂ ਨੇ, ਸਰੀਰ ਕਰਕੇ ਅਸੀਂ ਪਹੁੰਚਦੇ ਹਾਂ ਪਰਮਾਤਮਾ ਦੇ ਦਰ 'ਤੇ, ਪਰਮਾਤਮਾ ਮਿਹਰ ਕਰਨਗੇ। ਇੱਕ ਦਿਨ ਸਾਡਾ ਮਨ ਵੀ ਹੈ ਜਿਹੜਾ ਉਹ ਪਰਮਾਤਮਾ ਦੇ ਨਾਲ ਜੁੜ ਬੈਠੇਗਾ, ਸੁਰਤ ਕਰਕੇ ਜੁੜਾਂਗੇ ਤੇ ਗੁਰੂ ਸਾਹਿਬ ਜੀ ਮਹਾਰਾਜ ਆਪਣਾ ਹੀ ਰੂਪ ਹੈ ਜਿਹੜਾ ਉਹ ਸਾਨੂੰ ਦੇ ਦੇਣਗੇ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਸਮਾਪਤੀ ਦਾ ਸਮਾਂ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਸੰਗਤਾਂ ਦਾ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।